ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ। ਦੂਧ ਤਾਂ ਬਛਰੈ ਥਨਹੁ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋਂ, ਅਵਰ ਨਾ ਫੂਲ ਅਨੂਪ ਨਾ ਪਾਵੋਂ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋਂ, ਅਵਰ ਨਾ ਫੂਲ ਅਨੂਪ ਨਾ ਪਾਉ। ਰਹਾਉ ਮੈਂ ਲਾਗਰ ਬੇਰੇ ਹੈ ਪਿਅੰਗਾ, ਵੇਖੇ ਅੰਮ੍ਰਿਤ ਬਸੈ ਇੱਕ ਸੰਗਾ। ਧੂਪ ਦੀਪ ਨਈ ਬੇਦੈ ਬਾਸਾ, ਕੈਸੇ ਪੂਜ ਕਰੈ ਤੇਰੀ ਦਾਸਾ। ਤਨ ਮਨ ਅਰਪਉ ਪੂਜ ਚ ਰਹਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ। ਪੂਜਾ ਅਰਚਾ ਆਹਿ ਨ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਪੂਜਾ ਅਰਚਾ ਆਹਿ ਨ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਆਓ ਗੁਰੂ ਕੇ ਸਵਾਰਿਓ ਕੋਸ਼ਿਸ਼ ਕਰੀਏ ਜਿਵੇਂ ਕਿ ਆਪਾਂ ਹਰ ਵਾਰ ਬਾਣੀ ਦਾ ਇੱਕ ਸ਼ਬਦ ਲੈ ਕੇ ਔਰ ਉਸ ਪਾਵਨ ਸ਼ਬਦ ਵਿੱਚ ਦਿੱਤੇ ਸਿਧਾਂਤ ਦੀ ਵਿਚਾਰ ਸਾਰੇ ਰਲ ਮਿਲ ਕੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹਦੇ ਤੋਂ ਪਹਿਲਾਂ ਸ਼ਬਦ ਭਗਤ ਨਾਮਦੇਵ ਜੀ ਦਾ ਆਪਾਂ ਵਿਚਾਰਿਆ ਸੀ, ਜਿਸ ਵਿੱਚ ਨਾਮਦੇਵ ਜੀ ਨੇ ਧਾਰਮਿਕ ਵਿਅਕਤੀਆਂ ਵੱਲੋਂ ਰੱਬ ਦੀ ਉਚੇਚੇ ਤਰ੍ਹਾਂ ਦੀ ਪੂਜਾ ਬਾਰੇ ਕੁਝ ਵਿਚਾਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਾਂਝੇ ਕੀਤੇ ਸਨ। ਉਹਦੇ ਨਾਲ ਸੰਬੰਧਿਤ ਹੀ ਸ਼ਬਦ ਭਗਤ ਰਵਿਦਾਸ ਜੀ ਦਾ, ਹਾਲਾਂਕਿ ਬਹੁਤ ਸਾਰੇ ਸ਼ਬਦ ਹੋਰ ਵੀ ਇਸ ਤਰ੍ਹਾਂ ਦੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਮਿਲ ਜਾਣਗੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ। ਪਰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਇੱਕ ਸ਼ਬਦ ਆਪਾਂ ਉਸੇ ਲੜੀ ਵਿੱਚ ਹੀ ਹੋਰ ਭਗਤ ਰਵਿਦਾਸ ਜੀ ਦਾ ਰਲ ਕੇ ਸਾਂਝਾ ਕਰੀਏ, ਜਿਹਦੇ ਵਿੱਚ ਉਹੀ ਕਰਮਕਾਂਡ ਜਿਹੜੇ ਭਗਤ ਨਾਮਦੇਵ ਜੀ ਨੇ ਆਪਣੇ ਸ਼ਬਦ ਰਾਹੀਂ ਸਾਡੇ ਜ਼ਿਹਨ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਹੀ ਕਰਮ ਕਾਂਡਾਂ ਨੂੰ ਭਗਤ ਰਵਿਦਾਸ ਜੀ ਆਪਣੇ ਸ਼ਬਦਾਂ ਨਾਲ ਸਾਡੀ ਜ਼ਿੰਦਗੀ 'ਚੋਂ ਦੂਰ ਕਰਦੇ ਆ। ਸੋ ਸਭ ਤੋਂ ਪਹਿਲਾਂ ਜਿਵੇਂ ਕਿ ਆਪਾਂ ਸਾਰੇ ਇਸ ਗੱਲ ਤੋਂ ਜਾਣੂ ਆ ਵੀ ਸ਼ਬਦ ਦਾ ਰਹਾਉ ਵਾਲਾ ਬੰਦ ਕੇਂਦਰੀ ਵਿਚਾਰ ਹੁੰਦਾ ਅਤੇ ਉਹਦੇ ਆਲੇ ਦੁਆਲੇ ਸਾਰਾ ਸ਼ਬਦ ਘੁੰਮਦਾ ਹੈ। ਇਹ ਪਾਵਨ ਸ਼ਬਦ ਗੁਜਰੀ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਅੰਕ 525 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਹੁਣ ਤੁਸੀਂ ਇਸ ਸ਼ਬਦ ਦੇ ਜਦੋਂ ਰਹਾਉ ਵਾਲੇ ਬੰਦ ਨੂੰ ਵੇਖੋਗੇ ਤਾਂ ਗੁਰੂ ਸਾਹਿਬ ਜੀ, ਭਗਤ ਜੀ ਬੜੇ ਪਿਆਰੇ ਪੱਖ ਮਾਈ ਹੇ ਮਾਂ ਗੋਬਿੰਦ ਪੂਜਾ ਕਹਾਂ ਲੈ ਚਰਾਉਂ। ਗੋਬਿੰਦ ਦੀ ਪੂਜਾ ਲਈ ਮੈਂ ਕੀ ਚੜਾਵਾਂ। ਹੁਣ ਇਹ ਇੱਕ ਸਵਾਲ, ਕਿਉਂਕਿ ਗੋਬਿੰਦ ਦੀ ਪੂਜਾ ਭਾਵ ਕਿ ਰੱਬ ਦੀ ਪੂਜਾ ਕਰਨ ਵਾਸਤੇ ਸਮੱਗਰੀਆਂ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਵੀ ਇਹਨਾਂ ਸਮੱਗਰੀਆਂ ਨਾਲ ਰੱਬ ਜਿਹੜਾ ਹੈ ਉਹ ਖੁਸ਼ ਹੁੰਦਾ ਹੈ। ਹੁਣ ਇਹ ਗੱਲ ਚੇਤਾ ਰੱਖੇ, ਨਾਨਕ ਨਾਮ ਲੇਵਾ ਸਿੱਖ ਜਗਤ ਇਸ ਗੱਲ ਦਾ ਸੰਬੰਧ ਜ਼ਰੂਰ ਹੈ ਸਾਡਾ ਇਸ ਗੱਲ ਨਾਲ। ਹਾਲਾਂਕਿ ਅਸੀਂ ਹੌਲੀ ਹੌਲੀ ਦੁਨੀਆ ਦੇ ਅੰਦਰੋਂ ਵੀ ਇਹ ਗੱਲਾਂ ਕੱਢਣੀਆਂ ਸਨ, ਪਰ ਮੁਸ਼ਕਿਲ ਇਹ ਹੈ ਵੀ ਅਸੀਂ ਆਪ ਸਾਰੇ ਉਹਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ ਜਿਹਦਾ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਰੱਜ ਕੇ ਖੰਡਨ ਕਰਦੀ ਹੈ, ਜਿਹਦੇ ਵਿੱਚ ਵਿਰੋਧ ਵਿੱਚ ਸਤਿਗੁਰਾਂ ਦੇ ਸਿਧਾਂਤ ਨੇ। ਐਂ ਜੇ ਕਹਿ ਲਈਏ ਵੀ ਬਾਣੀ ਜਿਸ ਚੀਜ਼ ਦਾ ਵਿਰੋਧ ਕਰਦੀ ਹੈ, ਸਿੱਖ ਦੀ ਜ਼ਿੰਦਗੀ ਵਿੱਚ ਉਹ ਚੀਜ਼ਾਂ ਉੱਦਾਂ ਹੀ ਇਨ ਬਿਨ ਨਜ਼ਰ ਆ ਰਹੀਆਂ। ਇਹ ਸਵਾਲ ਹੈ ਵੀ ਰੱਬ ਦੀ ਪੂਜਾ ਲਈ ਕੀ ਚੜਾਵਾਂ, ਵੀ ਕਿਹੜੀ ਸਮੱਗਰੀ ਕਿਹੜੀ ਵਸਤੂ ਮੈਂ ਰੱਬ ਦੀ ਪੂਜਾ ਲਈ ਚੜਾਵਾਂ ਜਿਹਦੇ ਨਾਲ ਰੱਬ ਖੁਸ਼ ਹੋ ਜਾਏ। ਤੇ ਰਵਿਦਾਸ ਜੀ ਕਹਿੰਦੇ ਮੈਂ ਆਲੇ ਦੁਆਲੇ ਨੂੰ ਜਦੋਂ ਵੇਖਦਾ ਹਾਂ ਤਾਂ ਉਹ ਬਹੁਤ ਸਾਰੀਆਂ ਸਮੱਗਰੀਆਂ ਮੇਰੇ ਸਾਹਮਣੇ ਇੱਦਾਂ ਦੀਆਂ ਵੀ ਇਹ ਚੀਜ਼ਾਂ ਚੜਾਉਣ ਨਾਲ ਰੱਬ ਖੁਸ਼ ਹੁੰਦਾ, ਪਰ ਜਦੋਂ ਮੈਂ ਉਹਨਾਂ ਚੀਜ਼ਾਂ ਨੂੰ ਧਿਆਨ ਨਾਲ ਵੇਖਦਾ ਤੇ ਮੈਨੂੰ ਐਂ ਲੱਗਦਾ ਵੀ ਇਹ ਚੀਜ਼ਾਂ ਸ਼ਾਇਦ ਰੱਬ ਦੇ ਦਰ 'ਤੇ ਚੜ੍ਹਾ ਕੇ ਜਾਂ ਰੱਬ ਨੂੰ ਖੁਸ਼ ਕਰਨ ਵਾਸਤੇ ਬਹੁਤੀਆਂ ਕਾਰਗਰ ਨਹੀਂ ਹੋਣੀਆਂ,
क्योंकि जे लोगों का मनना है भी ये चीज़ां पवित्र ने, ये चीज़ां साफ ने, तो मेरा मनना ये है, मैं इदां मनदा आ, भगत जी कहते भी ये सारियां चीज़ां झूठियां आ, सारियां चीज़ां इस तरह नाल पवित्र नहीं हैगियां। अवर न फूल अनूप ना पाऊँ, भाव के रब नूं पाउण वास्ते ਜਿਹੜੇ फुल सुगंधी वालियां चीज़ां जां कुछ भेटावां ਜਿਹੜੀਆਂ तरह तरह ਦੀਆਂ रब दे गाड़ी रखियां ਜਾਂਦੀਆਂ। मैं ध्यान नाल इस गल नूं वेखिया, स्रोते भी आपां भी सारे गौर करिए भी जिवें आपां पिछले शब्द विच भी यह जिक्र किया और इहदे विच भी शब्द दे विच बाकी बंदां विच भगत जी जिहड़ा आ खुल के पक्ष साडे सामने रखणगे। भगत जी कहते कुछ भी मैनू ऐसा साफ सुथरा, ऐसा सोहना, ऐसा लाभदायक समाज विचों नज़र नहीं आया जिहड़ा रब दे सामने रख के रब नूं खुश किया जा सके। सिर्फ इस गल नूं जरूर ध्यान नाल वेखियो भी मैनू ऐसा कुछ नहीं लभ्या जिहड़ी चीज़ रब दे सामने रख के, गॉड दे सामने, पिता परमात्मा दे सामने, गोबिंद दे सामने रखी जाए तो रब उहदे नाल रीझ जाए। ऐसी समग्री मैनू संसार भर विच नहीं मिली ਜਿਹੜੀਆਂ चीज़ां लोग रब गाड़ी रख के ते ये मनते आ भी इन्हां नाल रब खुश हो जाता है। भगत जी कहते मेरा उन्होंने एक सवाल है भी तुसीं इन्हां नूं पवित्र किवें मनदे हो। जिवें सब तो पहले बंद विच जिहड़ी गल करदे कहंदे भी जे लोग मनदे ने भी दुੱਧ पवित्र है, इहनूं परमात्मा दे गाड़ी रखिया जाए जां दुੱਧ नाल मूरत दी इशनान कराया जाए। जिवें कि हालांकि साडे च भी ये गल्लां आ गईयां। वेखो गुरु ग्रंथ साहब पातशाह जी का हालांकि मूर्ति पूजा का सिੱਖੀ ਵਿੱਚ बिल्कुल खंडन है, विरोध सच्चे पातशाह जी की बाणी करती है, पर असीं कई चीज़ों को मूर्ति वांग लैने जिवें जे मूर्ति नहीं तो असीं उही कर्म चुक के तो जिस जगह पर गुरु ग्रंथ साहब जी का प्रकाश किया जाता है उन्होंने दुੱਧ नाल धोने आ। जे मूर्ति नूं दुੱਧ नाल धोण करके भगत जी उस वक्त के सिस्टम नूं ते पुजारी नूं सवाल करदे आ ते अज भी ये सवाल साडे ते होणगे भी ये दुੱਧ नाल थां पवित्र किवें हुंदा है। पानी नाल साफ कर लो, ठीक है, सब तो वधिया पानी नाल साफ करन दा साधन है भी पानी नाल धोता जा सकदा। सुच्चा पानी नाल भी नहीं होना, ये नहीं हो सकता भी वो थां सुच्ची होएगी। तो गुरु ग्रंथ साहब जी की बाणी ने जिस तरह असीं मनदे आ सफाई होर गल है, तो सुचमता का जिहड़ा साडे जिहन विच ख्याल पैदा होया है वो होर तरह की गल है। खैर भगत जी कहते भी जे तो दुੱਧ लियावां मैनू लोग कहण भी दुੱਧ लिया के ठाकुर नूं चढ़ाओ, गोबिंद नूं चढ़ाओ, इहदे नाल गोबिंद खुश हुंदा आ। ते मैनू इस गल का जवाब दिओ भी दूध तो बछड़े थानों बिटा रहे हो, दुੱਧ ते बच्चे ने झूठा किया होया है। दूजा साधन है भी फुੱਲ चढ़ाए जाण, फुੱਲਾਂ नाल रब जिहड़ा है वो खुश हुंदा है। फूल भंवर, फुੱਲ जिहड़ा है वो भौरे ने झूठा किया होया क्योंकि भौरा उहदे उत्ते बैठ के उहदी सुगंधी नूं माणदा आ। ते तीसरा आ पानी। गुरु साहब जी कहते भी पानी नाल सफाई। फिर ध्यान रखियो ये शब्द मैं बार बार रिपीट कर रहा भी पानी नाल भी सफाई हो सकती है, सुचमता नहीं आ सकती। गरीब निवास सच्चे पातशाह जी की बाणी ने दस्सिया भी सुच्चा असल विच वो है जिहदे मन विच गुरु दे ख्याल पैदा होंदे हैं। ये तो साधन हैगा आ, पर जे कोई ये कहे भी इस तरह नाल कोई समग्री चढ़ा के जां दुੱਧ नाल जां पानी नाल जां फुੱਲ नाल, ते ये सवाल रविदास जी उस वेले करते हैं, तो अज भी ये सवाल साडे ते इन बिन उदां ही होने। फूल भंवर जल मीन बिगाड़ियो, मच्छी जिहड़ी है वो पानी विच रहिंदी है ते सारियां क्रियावां वो पानी विच करदी है। जदों पानी पींदी है तो इहदा मतलब पानी झूठा भी हुंदा जे मन लिया जाए, इदां मन्निया जांदा है। सो पानी नाल कोई भी चीज़ सुची नहीं हो सकती, साफ हो सकती है, उहदे च कोई नहीं। हाँ रीजन ये दिओ भी असीं सफाई करते हैं फिर पानी हो सकता, फिर दुੱਧ की लोड़ नहीं होगी। बहुत कीमती दुੱਧ रोड़ के किसी चीज़ नूं साफ करन नालों चंगा आ दुੱਧ लोड़वंद तक पहुँचाया जाए, तो जिहड़ा पानी है उहदे नाल असीं सफाई कर सकते हैं। और ये गल्लां हौली हौली ਜਿਹੜੀਆਂ ਆ ਇਹ ਆਲੇ ਦੁਆਲੇ ਵਿੱਚੋਂ ਨਾ ਦੂਜਿਆਂ ਵੱਲ ਵੇਖ ਵੇਖ ਕੇ ਆਉਂਦੀਆਂ ਆ। ਜਿਵੇਂ ਉਹ ਹਿੰਦੂ ਮਿਥੋਲੋਜੀ ਦੇ ਵਿੱਚ ਉਹ ਮੂਰਤੀਆਂ ਨੂੰ ਦੁੱਧ ਨਾਲ ਧੋਂਦੇ ਆ, ਤੇ ਅਸੀਂ ਸੋਚਿਆ ਵੀ ਜੇ ਅਸੀਂ ਉਹਨਾਂ ਤੋਂ ਪਿੱਛੇ ਰਹਿ ਗਏ ਤੇ ਸ਼ਾਇਦ ਕਿਤੇ ਸਾਡੀ ਸ਼ਰਧਾ ਅਧੂਰੀ ਨਾ ਰਹਿ ਜਾਏ। ਤੇ ਸ਼ਰਧਾ ਵਸ ਬੰਦੇ ਬਹੁਤਾ ਇੱਕੋ ਹੀ ਜਵਾਬ ਹੋਊਗਾ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋ ਵੀ ਸ਼ਰਧਾ ਆ। शरदा भी जिहड़ी है वो इस गल का ध्यान जरूर रखो, शरदा होनी चंगी गल है पर शरदा अंध विश्वास से नहीं टिक जानी।
ਜੇ ਸ਼ਰਧਾ ਦੇ ਵਿੱਚ ਲੌਜਿਕ ਨਹੀਂ, ਜੇ ਉਹਦੇ ਵਿੱਚ ਰੀਜ਼ਨਿੰਗ ਠੀਕ ਨਹੀਂ ਹੋਏਗੀ ਤੇ ਸ਼ਰਧਾ ਤੇ ਸਵਾਲ ਵੀ ਹੋ ਸਕਦੇ ਆ ਔਰ ਹੋਣੇ ਚਾਹੀਦੇ ਆ। ਭਗਤ ਜੀ ਕਹਿੰਦੇ ਵੀ ਇਦਾਂ ਨਹੀਂ ਹੋ ਸਕਦਾ, ਮੈਨੂੰ ਹੋਰ ਕੁਝ ਲੱਭਦਾ ਨਹੀਂ ਜੋ ਰੱਬ ਗਾੜੀ ਅਰਪਣ ਕੀਤਾ ਜਾਏ। ਜੋ ਅਰਪਣ ਕਰਨ ਲਈ ਮੈਨੂੰ ਆਲਾ ਦੁਆਲਾ ਦੱਸਦਾ ਆ ਉਹ ਮੈਨੂੰ ਸਾਫ਼ ਸੁਥਰਾ ਨਹੀਂ ਲੱਗਦਾ, ਕਿਉਂਕਿ ਉਹ ਮੈਨੂੰ ਲੱਗਦਾ ਆ ਵੀ ਝੂਠਾ ਆ, ਅਪਵਿੱਤਰ ਆ, ਉਹ ਸਾਫ਼ ਤੇ ਸੁਥਰਾ ਨਹੀਂ ਹੈ, ਉਹ ਸੁੱਚਾ ਨਹੀਂ ਹੈ, ਇਸ ਕਰਕੇ ਇਹਨੂੰ ਚੜਾਇਆ ਨਹੀਂ ਜਾ ਸਕਦਾ। ਫਿਰ ਭਗਤ ਜੀ ਅਗਲੇਰੇ ਬੰਦ ਵਿੱਚ ਜ਼ਿਕਰ ਕਰਦੇ, ਭਗਤ ਜੀ ਕਹਿੰਦੇ ਮੈਲਾ ਗਰ ਬੇਰੇ ਹੈ ਭਿਅੰਗਾ ਚੰਦਨ। ਤੁਸੀਂ ਵੇਖਦੇ ਹੋ ਦੂਜਾ ਇੱਕ ਧਰਮ ਦੀ ਦੁਨੀਆ ਵਿੱਚ ਨਾ ਚੰਦਨ ਦੀ ਬੜੀ ਅਹਿਮੀਅਤ ਹੈ ਵੀ ਜਿਹੜਾ ਚੰਦਨ ਹੈ ਇਹ ਪਵਿੱਤਰ ਹੁੰਦਾ ਆ, ਇਹ ਮੂਰਤੀ ਤੇ ਚੜਾਉਣ ਨਾਲ ਜਿਹੜਾ ਆ ਉਹ ਭਗਵਾਨ ਖੁਸ਼ ਹੁੰਦਾ। ਤੇ ਭਗਤ ਜੀ ਨੇ ਬੜਾ ਸੋਹਣਾ ਪੱਖ ਪੇਸ਼ ਕੀਤਾ, ਕਹਿੰਦੇ ਵੀ ਇਸੇ ਚੰਦਨ ਦੇ ਆਲੇ ਦੁਆਲੇ ਤੇ ਸੱਪ ਜਿਹੜਾ ਆ ਉਹ ਲੇਟਾ ਮਾਰ ਕੇ ਬੈਠਾ ਹੁੰਦਾ ਆ, ਇਹਦੇ ਲਾਗੇ ਰਹਿੰਦਾ ਆ। ਜੇ ਚੰਦਨ ਇੰਨਾ ਹੀ ਕੀਮਤੀ ਹੈ ਤੇ ਦੁਨੀਆ 'ਚ ਸੱਪ ਸਾਰੇ ਬਿਨਾਂ ਜ਼ਹਿਰ ਤੋਂ ਹੋ ਜਾਣੇ ਚਾਹੀਦੇ ਆ, ਕਿਉਂਕਿ ਜੇ ਚੰਦਨ ਲਾ ਕੇ ਮੂਰਤੀ ਪਵਿੱਤਰ ਹੁੰਦੀ ਹੈ ਤੇ ਜਿਹੜਾ ਸੱਪ ਚੰਦਨ ਦੇ ਲਾਗੇ ਰਹਿੰਦਾ ਹੈ ਉਹ ਪਵਿੱਤਰ ਕਿਉਂ ਨਹੀਂ ਹੋਇਆ, ਜਾਂ ਉਹਦਾ ਜ਼ਹਿਰ ਖਤਮ ਕਿਉਂ ਨਹੀਂ ਹੋਇਆ? ਵੀ ਉਹਦਾ ਜ਼ਹਿਰ ਤਾਂ ਬਿਖ ਅੰਮ੍ਰਿਤ ਵਸੇ ਇੱਕ ਸੰਗਾ, ਵੀ ਜ਼ਹਿਰ ਤੇ ਅੰਮ੍ਰਿਤ ਇੱਕੇ ਥਾਂ ਤੇ ਰਹੀ ਜਾਂਦੇ ਆ। ਚੰਦਨ ਆਪਣਾ ਸੁਭਾਅ ਨਹੀਂ ਛੱਡਦਾ, ਸੱਪ ਆਪਣਾ ਸੁਭਾਅ ਨਹੀਂ ਛੱਡਦਾ। ਹਾਂ, ਚੰਦਨ ਦੇ ਵਿੱਚ ਸ਼ੀਤਲਤਾ ਆ, ਠੰਡਾ ਆ ਚੰਦਨ। ਉਹਦਾ ਪੱਖ ਬਾਣੀ 'ਚ ਇੱਕ ਬਹੁਤ ਲਿਆ ਆ। ਗੁਰੂ ਸਾਹਿਬ ਜੀ ਬਾਣੀ 'ਚ ਬੜਿਆਂ ਥਾਵਾਂ ਤੇ ਇਸ ਤਰ੍ਹਾਂ ਦੇ ਪੱਖ ਵਰਤਦੇ ਆ ਵੀ ਚੰਦਨ ਸ਼ੀਤਲ ਆ, ਠੰਡਾ ਆ, ਸਾਨੂੰ ਉਹਦੇ ਵਾਂਗ ਠੰਡਿਆ ਰਹਿਣਾ ਚਾਹੀਦਾ। ਇਹ ਪੱਖ ਤਾਂ ਮੰਨਿਆ ਜਾ ਸਕਦਾ, ਪਰ ਜੇ ਕੋਈ ਮੱਥੇ ਤੇ ਚੰਦਨ ਲਾ ਕੇ ਕਵੇ ਵੀ ਮੇਰੇ ਅੰਦਰ ਠੰਡ ਪੈ ਗਈ, ਤਾਂ ਇਹ ਬ੍ਰਾਹਮਣ ਦੀ ਫਿਲਾਸਫੀ ਤਾਂ ਹੋ ਸਕਦੀ ਹੈ, ਉਸ ਵਕਤ ਦੇ ਪੁਜਾਰੀ ਦੀ ਥਿਊਰੀ ਹੋ ਸਕਦੀ ਹੈ, ਪਰ ਗੁਰੂ ਨਾਨਕ ਸਾਹਿਬ ਦੀ ਇਹ ਬਿਲਕੁਲ ਥਿਊਰੀ ਨਹੀਂ ਹੈ। ਨਾ ਕਿਸੇ ਤਰ੍ਹਾਂ ਦੇ ਤਿਲਕ ਨੂੰ ਗੁਰੂ ਸਾਹਿਬ ਜੀ ਮਾਨਤਾ ਦਿੰਦੇ ਆ, ਸਗੋਂ ਇਹੋ ਜਿਹੇ ਕਰਮ ਕਰਨ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਫੋਕਟ ਦੇ ਕਰਮ ਦੱਸਿਆ ਆ, ਵਿਅਰਥ ਦੀਆਂ ਗੱਲਾਂ ਇਹਨਾਂ ਨੂੰ ਦੱਸਿਆ। ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ, ਜਿਹੜੇ ਮੱਥੇ ਤੇ ਤਿਲਕ ਲਾ ਕੇ ਹੱਥ ਵਿੱਚ ਮਾਲਾ ਫੜ ਕੇ ਬਾਣਾ ਪਾ ਕੇ, ਹੁਣ ਬਾਣਾ ਜਿਵੇਂ ਅੱਜ ਦੇ ਯੁੱਗ 'ਚ ਵੀ ਤੁਸੀਂ ਵੇਖੋਗੇ ਵੀ ਕਈ ਬੰਦੇ ਕਹਿੰਦੇ ਆ ਮਾਲਾ ਧਰਮ ਹੈ, ਕਈ ਬੰਦੇ ਕੋਈ ਖਾਸ ਬਾਣਾ ਧਰਮ ਹੈ। ਕੋਈ ਵੀ ਚੀਜ਼ ਧਰਮ ਨਹੀਂ ਹੁੰਦੀ, ਧਰਮ ਹੁੰਦਾ ਆ ਫਰਜ਼। ਬਾਣੀ ਨੇ ਧਰਮ ਦੀ ਗੱਲ ਜਦੋਂ ਕੀਤੀ ਹੈ ਤੇ ਫਰਜ਼ਾਂ ਦੀ ਗੱਲ ਕੀਤੀ ਹੈ। ਜਿਹੜਾ ਬੰਦਾ ਫਰਜ਼ ਅਦਾ ਕਰ ਰਿਹਾ ਉਹ ਧਰਮੀ ਹੈ, ਜਿਹਦਾ ਫਰਜ਼ ਨਹੀਂ ਨਿਭਾ ਰਿਹਾ ਉਹ ਬਾਣਾ ਭਾਵੇਂ ਜਿੰਨਾ ਮਰਜ਼ੀ ਧਰਮੀਆਂ ਵਾਲਾ ਪਾ ਲੇ, ਉਹ ਧਰਮੀ ਨਹੀਂ ਹੋਣਾ। ਸ਼ਾਇਦ ਬਾਣੇ ਕਰਕੇ ਤਾਂ ਸ੍ਰੀ ਚੰਦ ਵੀ ਲੱਗਦਾ ਹੋਵੇ ਵੀ ਇਹ ਬਹੁਤ ਧਰਮੀ ਹੈ, ਕਿਉਂਕਿ ਬਾਣਾ ਤਾਂ ਉਹ ਜਿੱਦਾਂ ਦਾ ਬਣਾਇਆ ਗਿਆ ਵੀ ਮੱਥੇ ਤੇ ਉਹਨੇ ਤਿਲਕ ਲਾ ਲਿਆ ਸਵਾਹ ਮਲ ਲਈ ਵੀ ਮੈਂ ਜਿਹੜਾ ਧਾਰਮਿਕ ਲਿਬਾਸ ਧਾਰਨ ਕਰ ਲਿਆ ਵੀ ਇਦਾਂ ਦਾ ਧਾਰਮਿਕ ਲਿਬਾਸ ਹੈ। ਸੋ ਮੈਨੂੰ ਐਂ ਲੱਗਦਾ ਵੀ ਇਹਦੇ ਨਾਲ ਨਹੀਂ ਹੋ ਸਕਦਾ ਵੀ ਇਦਾਂ ਅਸੀਂ ਜਿਹੜਾ ਧਰਮ ਦਾ ਲਿਬਾਸ ਆ ਜਾਂ ਧਰਮ ਦਾ ਇਹ ਬਾਣਾ ਆ। ਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਧਰਮ ਦਾ ਕੋਈ ਬਾਣਾ ਨਿਰਧਾਰਿਤ ਨਹੀਂ ਕੀਤਾ। ਤੇ ਇੱਕ ਸ਼ਬਦ ਮੈਂ ਜ਼ਰੂਰ ਨਾਲ ਵਰਤ ਲੈਣਾ ਚਾਹੁੰਦਾ। ਕਈ ਵੀਰ ਕਹਿੰਦੇ ਆ ਵੀ ਜਦੋਂ ਬਾਣਾ ਤੇ ਬਾਣੀ ਇਹ ਗੱਲ ਫਿਰ ਕਿੱਥੋਂ ਆਈ? ਪਹਿਲੀ ਗੱਲ ਤਾਂ ਇਹ ਗੱਲ ਇੱਦਾਂ ਵਾ ਵੀ ਸ਼ਬਦ ਨੇ ਇੱਕ ਦੂਜੇ ਦੀ ਅੱਗੇ ਵੀ ਅਸੀਂ ਇਹ ਸ਼ਬਦ ਇੱਦਾਂ ਪ੍ਰਚਲਿਤ ਹੋ ਗਏ ਵੀ ਸਿੱਖ ਬਾਣੀ ਤੇ ਬਾਣੇ ਦਾ ਧਾਰਨੀ ਹੋਣਾ ਚਾਹੀਦਾ। ਤੇ ਉਹਦੇ 'ਚ ਜਿਹੜਾ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਬਾਰੇ ਤਾਂ ਕਿਸੇ ਨੂੰ ਕੋਈ ਡਾਊਟ ਨਹੀਂ ਹੋਣਾ ਚਾਹੀਦਾ, ਤੇ ਨਾ ਹੀ ਕਿਸੇ ਨੂੰ ਕੋਈ ਸ਼ੰਕਾ ਹੈਗਾ ਆ ਤੇ ਨਾ ਹੀ ਹੋਊਗਾ। ਜੇ ਕਿਤੇ ਹੈਗਾ ਵੀ ਆ ਤਾਂ ਉਹ ਬੇਸਮਝੀ ਹੋ ਸਕਦੀ ਹੈ। ਹਾਂ, ਜਿਹੜਾ ਬਾਣਾ ਹੈ ਉਹ 5 ਕਕਾਰੀ ਵਰਦੀ ਹੈ। ਉਹ ਪੈਂਟ ਕਮੀਜ਼ ਨਾਲ ਵੀ ਪਾਇਆ ਜਾ ਸਕਦਾ, ਕੋਟ ਪੈਂਟ ਨਾਲ ਵੀ ਪਾਇਆ ਜਾ ਸਕਦਾ, ਉਹਦੇ ਨਾਲ ਟਾਈ ਵੀ ਲੱਗ ਸਕਦੀ ਹੈ। ਇਹ ਕੋਈ ਰੌਲਾ ਨਹੀਂ ਕਿਸੇ ਵੀ ਤਰ੍ਹਾਂ ਦਾ ਬਾਣਾ ਜਿਹੜਾ। ਹਾਂ, 5 ਕਕਾਰੀ ਵਰਦੀ ਜਿਹੜੀ ਹੈ ਉਹਦੀ ਅਹਿਮੀਅਤ ਹੈ ਗੁਰਮਤ ਵਿੱਚ, ਤੇ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਉਚੇਚਾ ਬਾਣਾ ਨਿਰਧਾਰਿਤ ਨਹੀਂ ਕੀਤਾ। ਜਿਹੜੇ ਬੰਦੇ ਸਾਡੇ ਜੌਬ ਕਰਦੇ ਆ ਉਹ ਉਸ ਤਰ੍ਹਾਂ ਦੀ ਯੂਨੀਫਾਰਮ ਪਾਉਂਦੇ ਆ, ਪਰ ਉਹ ਅੰਮ੍ਰਿਤਧਾਰੀ ਨੇ ਖੰਡੇ ਬਾਟੇ ਦੀ ਪੌਲ ਲਈ ਹੈ, ਉਹਨਾਂ ਨੇ ਜਿਸ ਤਰ੍ਹਾਂ ਦੀ ਉਹਨਾਂ ਦੀ ਜੌਬ ਹੋਏਗੀ ਯੂਨੀਫਾਰਮ ਉਸ ਤਰ੍ਹਾਂ ਦੀ ਪਾ ਸਕਦੇ ਆ, ਪਰ ਉਹ ਵੀ ਬਾਣੇ ਦੇ ਧਾਰਨੀ ਆ। ਯਾਨੀ ਕਿ 5 ਕਕਾਰੀ ਵਰਦੀ ਜਿਹੜੀ ਆ ਉਹਦਾ ਉਹਨਾਂ ਨੇ ਵੀ ਧਾਰਨ ਕੀਤਾ ਹੋਇਆ ਹੈ। ਸੋ ਬਾਣੀ ਬਾਣੇ ਦਾ ਜਿਹੜਾ ਪੱਖ ਆ ਉਹ ਇਸ ਤਰ੍ਹਾਂ ਨਾਲ ਸਾਨੂੰ ਜਿਹੜਾ ਉਹ ਵਿਚਾਰਨਾ ਚਾਹੀਦਾ, ਜਿਹੜਾ ਯੂਨੀਵਰਸਲ ਪੱਧਰ ਤੇ ਜਿਹੜਾ ਪੂਰੀ ਕੌਮ ਜਿਹਦੇ ਨਾਲ ਸਹਿਮਤ ਹੋ ਸਕਦੀ ਹੈ ਤੇ ਇਹਨੂੰ ਮੰਨਿਆ ਜਾ ਸਕਦਾ। ਖੈਰ, ਜੇ ਚੰਦਨ ਨਾਲ ਸੁਗੰਧੀ ਆਉਂਦੀ ਹੁੰਦੀ, ਜੇ ਚੰਦਨ ਨਾਲ ਬੰਦਾ ਬਦਲ ਜਾਂਦਾ ਹੁੰਦਾ ਤੇ ਸੱਪ ਨੇ ਬਦਲ ਜਾਣਾ ਸੀ, ਕਿਉਂਕਿ ਸਭ ਤੋਂ ਵੱਧ ਚੰਦਨ ਦੇ ਲਾਗੇ ਸੱਪ ਰਹਿੰਦਾ ਆ, ਪਰ ਉਹਦੇ ਅੰਦਰ ਦਾ ਜ਼ਹਿਰ ਨਹੀਂ ਮਰਦਾ। ਅੰਮ੍ਰਿਤ ਲਾਗੇ ਰਹਿ ਕੇ ਵੀ ਉਹ ਜ਼ਹਿਰੀਲੇ ਦਾ ਜ਼ਹਿਰੀਲਾ ਹੀ ਰਹਿੰਦਾ। ਸਮੱਗਰੀਆਂ ਚੜਾ ਕੇ, ਵਸਤੂਆਂ ਚੜਾ ਕੇ ਤੁਸੀਂ ਆਪਣੇ ਅੰਦਰ ਨੂੰ ਨਹੀਂ ਬਦਲ ਸਕਦੇ। ਅੰਦਰ ਬਦਲਿਆ ਜਾਣਾ ਹੈ ਜਦੋਂ ਤੁਸੀਂ ਆਪਣੇ ਵਿਚਾਰ ਨੂੰ ਬਦਲੋਗੇ, ਆਪਣੇ ਸੋਚ ਨੂੰ ਬਦਲੋਗੇ, ਆਪਣੇ ਮਨ ਦੀ ਬਿਰਤੀ ਨੂੰ ਬਦਲੋਗੇ। ਔਰ ਗੁਰੂ ਸਾਹਿਬ ਜੀ ਦੇ ਦੱਸੇ ਉਪਦੇਸ਼ ਦੇ ਮੁਤਾਬਕ ਜਿਹੜਾ ਗੁਰੂ ਸਾਹਿਬ ਜੀ ਉਪਦੇਸ਼ ਬਾਣੀ 'ਚ ਦਿੰਦੇ ਆ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ,
ਸਤਿਗੁਰੂ ਦੇ ਉਪਦੇਸ਼ ਨੂੰ ਸੁਣ, ਜਿਹੜਾ ਤੇਰੇ ਨਾਲ ਹੋਏਗਾ। ਨਾਲ ਹੋਣ ਦਾ ਵੀ ਅਰਥ ਹੈ, ਮੰਨ ਲਓ ਬਾਣੀ ਕਹਿੰਦੀ ਹੈ ਵੀ ਨਸ਼ਾ ਨਹੀਂ ਕਰਨਾ। ਹੁਣ ਇਹ ਤਾਂ ਗੱਲ ਬਾਣੀ ਕਹਿੰਦੀ ਹੈ ਵੀ ਨਸ਼ਾ ਨਹੀਂ ਕਰਨਾ, ਇਹ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਬਹੁਤੇ ਸਿੱਖਾਂ ਨੂੰ ਪਤਾ ਹੋਣਾ, ਪਰ ਗੱਲ ਇਹ ਹੈ ਵੀ ਕਿੰਨੇ ਇਸ ਗੱਲ ਨੂੰ ਸੁਣ ਕੇ ਨਸ਼ਾ ਨਹੀਂ ਕਰਦੇ। ਜਿਹੜੇ ਨਹੀਂ ਕਰਦੇ ਇੰਨੀ ਗੱਲ ਸੁਣ ਕੇ ਉਹ ਕਹਿ ਸਕਦੇ ਆ ਵੀ ਗੁਰੂ ਸਾਡੇ ਨਾਲ ਹੈ। ਜਿਹੜਾ ਹੁਣ ਕਹਿੰਦਾ ਵੀ ਠੀਕ ਹੈ ਵੀ ਕਦੇ ਕਦਾਈ ਮੈਂ ਨਸ਼ਾ ਕਰ ਲੈਣਾ, ਵੈਸੇ ਆਪਾਂ ਕਿਹੜਾ ਕਿਸੇ ਦਾ ਮਾੜਾ ਕਰਦੇ ਆ, ਆਪਾਂ ਤਾਂ ਕਿਸੇ ਦਾ ਮਾੜਾ ਤੂੰ ਆਪਣਾ ਤਾਂ ਕਰ ਰਿਹਾ ਨਾ, ਕਿਸੇ ਦਾ ਨਹੀਂ ਕਰ ਰਿਹਾ। ਵੀ ਨਸ਼ਾ ਕਰਨ ਵਾਲਾ ਆਪਣੇ ਆਪ ਦਾ ਮਾੜਾ ਹੀ ਤੇ ਕਰ ਰਿਹਾ। ਜਿਹੜਾ ਬੰਦਾ ਆਪਣੇ ਆਪ ਦਾ ਮਾੜਾ ਕਰ ਰਿਹਾ ਉਹ ਕਹਿੰਦਾ ਮੈਂ ਕਿਸੇ ਦਾ ਕਿਹੜਾ ਮਾੜਾ ਕਰਦਾ ਹਾਂ। ਸੋ ਤੂੰ ਜੇ ਆਪਣਾ ਮਾੜਾ ਕਰਦਾ ਤਾਂ ਇਹਦੇ ਨਾਲ ਇਹ ਨਹੀਂ ਹੈ ਵੀ ਤੂੰ ਕਿਸੇ ਦੂਜੇ ਦਾ ਮਾੜਾ ਨਹੀਂ ਕਰਦਾ। ਚੰਗੀ ਗੱਲ ਹੈ, ਤੂੰ ਕਿਸੇ ਦੂਜੇ ਦਾ ਮਾੜਾ ਨਹੀਂ ਕਰਦਾ, ਤੂੰ ਕਿਸੇ ਦੂਜੇ ਬਾਰੇ ਬੁਰਾ ਨਹੀਂ ਸੋਚਦਾ, ਪਰ ਆਪਣੇ ਬਾਰੇ ਚੰਗਾ ਸੋਚਣਾ ਵੀ ਗੁਰਮਤਿ ਨੇ ਸਾਨੂੰ ਸਿਖਾਇਆ ਹੈ। ਸੋ ਗੁਰੂ ਸਾਹਿਬ ਸਾਨੂੰ ਬਾਣੀ ਦੇ ਰਾਹੀਂ ਇਹ ਪੱਖ ਸਾਡੇ ਸਾਹਮਣੇ ਰੱਖਦੇ ਆ ਤੇ ਕਹਿੰਦੇ ਜੇ ਚੰਦਨ ਨਾਲ ਕੁਝ ਬਦਲਦਾ ਹੁੰਦਾ ਤੇ ਫਿਰ ਸ਼ਾਇਦ ਸੱਪ ਵੀ ਬਦਲ ਜਾਂਦਾ, ਕਿਉਂਕਿ ਸਭ ਤੋਂ ਵੱਧ ਚੰਦਨ ਦੇ ਲਾਗੇ ਉਹ ਰਹਿੰਦਾ ਹੈ। ਧੂਪ ਦੀਪ ਨਈ ਬੇਦੈ ਬਾਸਾ, ਸੁਗੰਧਿਤ ਕਰਨ ਵਾਲੀਆਂ ਚੀਜ਼ਾਂ। ਫਿਰ ਧਿਆਨ ਰੱਖਿਓ, ਸਾਫ ਸਫਾਈ ਤੇ ਉਸ ਵਾਤਾਵਰਨ ਨੂੰ ਠੀਕ ਰੱਖਣਾ ਤਾਂ ਚੰਗੀ ਗੱਲ ਆ। ਪਰ ਜੇ ਕਿਸੇ ਨੂੰ ਇਹ ਲੱਗਦਾ ਵੀ ਇਹਦੇ ਨਾਲ ਰੱਬ ਖੁਸ਼ ਹੁੰਦਾ ਹੈ, ਜਿਵੇਂ ਜੋਤ ਜਗਣ ਦੀ ਜਦੋਂ ਗੱਲ ਚੱਲਦੀ ਹੈ, ਪੁਰਾਣੇ ਸਮਿਆਂ 'ਚ ਠੀਕ ਹੈ ਲਾਈਟ ਦੇ ਸਾਧਨ ਨਹੀਂ ਸਨ ਤੇ ਗੁਰੂ ਸਾਹਿਬ ਦਾ ਜਿੱਥੇ ਪ੍ਰਕਾਸ਼ ਹੁੰਦਾ ਸੀ ਉੱਥੇ ਘਿਓ ਦਾ ਦੀਵਾ ਜਗਾਇਆ ਜਾਂਦਾ ਸੀ ਤਾਂ ਕਿ ਵਾਤਾਵਰਨ ਠੀਕ ਰਹੇ। ਔਰ ਉਹ ਕਰਮ ਹੀ ਬਣ ਗਿਆ ਵੀ ਸ਼ਾਇਦ ਜੋਤ ਨਾਲ ਹੀ ਬਾਣੀ ਦਾ ਫਲ ਲੱਗਣਾ ਆ। ਨਹੀਂ, ਇੱਦਾਂ ਨਹੀਂ ਹੈ। ਪੁਰਾਣੇ ਸਮਿਆਂ 'ਚ ਹੋਰ ਵੀ ਤੁਸੀਂ ਵੇਖੋ ਵੀ ਅਖੰਡ ਪਾਠ ਦੇ ਨਾਲ ਨਾਲ ਖੇਤੀ ਬੀਜੀ ਜਾਂਦੀ, ਕਈ ਵਾਰ ਘੜਾ ਰੱਖਿਆ ਜਾਂਦਾ, ਉਹਦੇ ਥੱਲੇ ਰੇਤਾ ਰੱਖੀ ਜਾਂਦੀ, ਉਹਦੇ 'ਚ ਬੀਜ ਪਾਇਆ ਜਾਂਦਾ, ਕਹਿੰਦੇ ਇਹਦੇ ਨਾਲ ਪਾਠ ਲੱਗਦਾ। ਇੱਦਾਂ ਨਹੀਂ ਹੈ। ਪਾਠ ਵੱਡਾ ਹੋਣਾ ਆ, ਬਾਣੀ ਵੱਡੀ ਹੈ, ਨਾ ਕਿ ਉਹ ਘੜੇ ਥੱਲੇ ਉੱਗਣ ਵਾਲੇ ਦਾਣੇ ਵੱਡੇ ਆ। ਉਹਨਾਂ ਕਰਕੇ ਬਾਣੀ ਦੀ ਅਹਿਮੀਅਤ ਨਹੀਂ ਹੈ, ਬਾਣੀ ਕਰਕੇ ਸਾਰਾ ਕੁਝ ਤਾਂ ਹੋ ਸਕਦਾ। ਸੋ ਇਸ ਗੱਲ ਦਾ ਧਿਆਨ ਰਵੇ, ਅਸੀਂ ਸਮਝ ਸਕੀਏ ਇਸ ਗੱਲ ਨੂੰ ਵੀ ਬਾਣੀ ਨੇ ਇਸ ਪੱਖ ਨੂੰ ਸਾਡੇ ਸਾਹਮਣੇ ਧੂਪ ਦੀਪ ਨਹੀਂ ਬੇਦੇ ਬਾਸਾ, ਸੁਗੰਧਿਤ ਕਰਨ ਵਾਲੀਆਂ ਜਿੰਨੀਆਂ ਮਰਜ਼ੀ ਸਮੱਗਰੀਆਂ ਤੂੰ ਲੈ, ਧੂਪ ਤਖਾ ਲਾ, ਤੂੰ ਉੱਥੇ ਸੋਹਣੇ ਸੋਹਣੇ ਦੀਵੇ ਜਗਾ। ਜਿਵੇਂ ਅੱਜ ਸਾਨੂੰ ਐਂ ਲੱਗਦਾ ਵੀ ਦੀਵੇ ਜਗਾਉਣ ਨਾਲ ਰੱਬ ਖੁਸ਼ ਹੁੰਦਾ ਹੈ। ਹਾਂ, ਦੀਵੇ ਜਗਾਉਣ ਨਾਲ ਰੱਬ ਖੁਸ਼ ਹੁੰਦਾ, ਪਰ ਉਹ ਦੀਵਾ ਸਾਡੇ ਅੰਦਰ ਜਗਦਾ ਆ। ਉਹਨੂੰ ਗੁਰੂ ਸਾਹਿਬ ਜੀ ਨੇ ਸੁਰਤ ਦਾ ਦੀਵਾ, ਗਿਆਨ ਦਾ ਦੀਵਾ ਕਿਹਾ ਆ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਪ੍ਰਤੀਕ ਮੰਨਿਆ ਜਾ ਸਕਦਾ ਵੀ ਜਿਵੇਂ ਬਾਹਰ ਦੀਵਾ ਬਲੇ ਤੇ ਹਨੇਰਾ ਖਤਮ ਹੋ ਜਾਂਦਾ ਹੈ, ਰੋਸ਼ਨੀ ਹੋ ਜਾਂਦੀ ਹੈ, ਇੱਦਾਂ ਗੁਰੂ ਗਿਆਨ ਦਾ ਦੀਵਾ ਅੰਦਰ ਬਾਲ ਤੇ ਤੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋਵੇ। ਤੇ ਜੇ ਅੰਦਰੋਂ ਅਗਿਆਨਤਾ ਦਾ ਹਨੇਰਾ ਨਹੀਂ ਮੁੱਕ ਰਿਹਾ, ਬਾਹਰ ਦੀਵੇ ਬਲ ਰਹੇ ਨੇ, ਤੇ ਗੁਰੂ ਸਾਹਿਬ ਜੀ ਕਹਿੰਦੇ ਅੰਧੇ ਚਾਨਣ ਰੱਖੀਏ ਦੀਵੇ ਬਲੇ 50। ਅੰਨੇ ਵਾਸਤੇ ਤਾਂ 50 ਦੀਵੇ ਵੀ ਬਾਲ ਕੇ ਰੱਖ ਦੋ ਤੇ ਉਹਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨੂੰ ਤਾਂ ਦਿਸਦਾ ਹੀ ਨਹੀਂ ਹੈ ਨਾ, ਅੰਨੇ ਨੂੰ ਤਾਂ ਦਿਸ ਹੀ ਨਹੀਂ ਰਿਹਾ। ਹੁਣ ਇੱਦਾਂ ਹੀ ਗੁਰੂ ਦੀ ਸਮਝ ਵੀ ਦੇ ਦਿਓ। ਜੇ ਕੋਈ ਸੁਰਤ ਕਰਕੇ ਬੰਦਾ ਅੰਨਾ ਆ, ਨਹੀਂ ਸਮਝਣਾ ਚਾਹੁੰਦਾ, ਤਾਂ ਉਹਨੂੰ ਤੁਸੀਂ ਇਹ ਸ਼ਬਦ ਨਹੀਂ, ਜਿਵੇਂ ਆਪਾਂ ਪਿੱਛੇ ਸ਼ਬਦ ਸਮਝਿਆ, ਮੈਂ ਇਹ ਜ਼ਿਕਰ ਕੀਤਾ ਵੀ ਇਹ ਸ਼ਬਦ ਵੀ ਨਾਲ ਸੰਬੰਧਿਤ ਸੀ। ਹੋਰ ਵੀ ਬਹੁਤ ਸਾਰੇ ਸ਼ਬਦ ਜਿਹੜੇ ਆ, ਤੇਰਾ ਨਾਮ ਕਰੀ ਚਰਨਾਠੀਆ, ਜੇ ਮਨ ਰੁੱਸਾ ਹੋਏ, ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਪੂਜਾ ਕੀਚੇ ਨਾਮ ਧਿਆਈਏ ਬਿਨ ਨਾਮੈ ਪੂਜ ਨਾ ਹੋਏ। ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਸਾਨੂੰ ਗੁਰੂ ਗ੍ਰੰਥ ਸਾਹਿਬ 'ਚ ਲੱਭ ਜਾਣਗੇ। ਪਰ ਜੇ ਤੁਸੀਂ ਸੈਂਕੜੇ ਸ਼ਬਦ ਵੀ ਉਹਨਾਂ ਦੇ ਸਾਹਮਣੇ ਰੱਖ ਦੋਗੇ, ਜਿਹਨੇ ਆਪਣੀ ਸਮਝ ਨੂੰ ਤਬਦੀਲ ਨਹੀਂ ਕਰਨਾ ਉਹਨੇ ਨਹੀਂ ਕਰਨਾ। ਜਿਹਨੇ ਸਮਝ ਨੂੰ ਬਦਲਣਾ ਆ ਉਹਨੇ ਇੰਨੀ ਗੱਲ ਵੀ ਹਾਂ, ਨਾਮਦੇਵ ਜੀ ਕਹਿੰਦੇ ਆ, ਰਵਿਦਾਸ ਜੀ ਕਹਿੰਦੇ ਆ ਵੀ ਇਹਨਾਂ ਸਮੱਗਰੀਆਂ ਨਾਲ, ਤੇ ਜੇ ਸਾਡੇ ਚੋਂ 2-4-10% ਬੰਦੇ ਘੱਟੋ ਘੱਟ ਜਿਹੜਾ ਪੈਸਾ ਤੁਸੀਂ ਇਹਨਾਂ ਤੇ ਵੇਸਟ ਕਰਦੇ ਹੋ, ਬਰਬਾਦ ਕਰਦੇ ਹੋ, ਇਸੇ ਪੈਸੇ ਨਾਲ ਸੱਚੀ ਮੁੱਚੀ ਕਿਸੇ ਬੁੱਝਦੇ ਦੀਵੇ ਦੇ ਘਰ ਜੇ ਰਾਸ਼ਨ ਪਹੁੰਚਾ ਦਿੱਤਾ ਜਾਏ, ਉਹਦੇ ਕਿਸੇ ਬੱਚੇ ਦੀ ਫੀਸ ਤਾਰ ਦਿੱਤੀ ਜਾਏ, ਕਿਸੇ ਲੋੜਵੰਦ ਤੱਕ ਪਹੁੰਚ ਕਰ ਲਈ ਜਾਏ, ਤੇ ਮੈਨੂੰ ਲੱਗਦਾ ਸ਼ਾਇਦ ਉਹ ਦੀਵਾ ਜਗ ਸਕਦਾ ਆ। ਜਾਂ ਜਿਹੜਾ ਇਹ ਪੈਸਾ ਫੁੱਲਾਂ ਤੇ ਲਾਇਆ ਜਾ ਰਿਹਾ ਹੈ, ਇਹ ਕਿਸੇ ਬੁੱਝਦੇ ਹੋਏ ਫੁੱਲ ਤੱਕ ਪਹੁੰਚ ਕੀਤੀ ਜਾਏ, ਤੇ ਪੰਜਾਬ 'ਚ ਕਿੰਨੇ ਫੁੱਲ ਬੁੱਝ ਰਹੇ ਆ ਜਿਹੜੇ ਸੱਚੀ ਮੁੱਚੀ ਟਹਿਕ ਮਹਿਕ ਸਕਦੇ ਆ, ਜੇ ਅਸੀਂ ਸਾਰੇ ਧਿਆਨ ਇਸ ਬੰਨੇ ਦੇਈਏ ਔਰ ਇਸ ਬੰਨੇ ਸਾਡੀ ਜੇ ਰੁਚੀ ਬਣੇ। ਤੇ ਸਤਿਗੁਰੂ ਜੀ ਕਹਿੰਦੇ ਕੈਸੇ ਪੂਜ ਕਰੇ ਤੇਰੀ ਦਾਸਾ, ਧੂਪ ਦੀਪ ਨਹੀਂ ਬੇਦਹਿ ਬਾਸਾ। ਇਹਨਾਂ ਸਾਰੀਆਂ ਚੀਜ਼ਾਂ ਨਾਲ ਵੀ ਰੱਬ ਖੁਸ਼ ਨਹੀਂ ਹੁੰਦਾ। ਕੈਸੇ ਪੂਜ ਕਰੇ ਤੇਰੀ ਦਾਸਾ, ਕਿਵੇਂ ਤੇਰੀ ਪੂਜਾ ਕੀਤੀ ਜਾਏ, ਇਹ ਸਮੱਗਰੀਆਂ ਵੀ ਰਵਿਦਾਸ ਜੀ ਕਹਿੰਦੇ ਰੱਬ ਨੂੰ ਖੁਸ਼ ਨਹੀਂ ਕਰ ਸਕਦੀਆਂ। ਫਿਰ ਇੱਕ ਪੱਖ ਰੱਖਦੇ, ਕਹਿੰਦੇ ਤਨ ਮਨ ਅਰਪੋ ਪੂਜ ਚੜਾਉ। ਇੱਕ ਜਾਚ ਨਾਲ ਫਿਰ ਇਹ ਵੀ ਦੱਸਦੇ ਤੀਜੇ ਬੰਦ ਵਿੱਚ, ਚੌਥੇ ਬੰਦ ਵਿੱਚ ਜ਼ਿਕਰ ਕਰਦੇ, ਕਹਿੰਦੇ ਤਨ ਮਨ ਅਰਪੋ
ਪੂਜ ਚਰਾਉਣ। ਜੇ ਸੱਚੀ ਮੁੱਚੀ ਕੁਝ ਸਮਰਪਣ ਕਰਨਾ ਚਾਹੁੰਦਾ ਗੁਰੂ ਨੂੰ ਤੂੰ, ਤੇ ਤਨ ਮਨ ਅਰਪਣ ਕਰ ਗੁਰੂ ਸਾਹਿਬ ਜੀ ਨੂੰ। ਹੁਣ ਤਨ ਮਨ ਅਰਪਣ ਕਰਨ ਦਾ ਅਰਥ ਹੁੰਦਾ ਆ ਵੀ ਮਨ ਅੰਦਰ ਗੁਰੂ ਵਾਲੇ ਖਿਆਲ ਪੈਦਾ ਕਰ ਤੇ ਉਹਨਾਂ ਖਿਆਲਾਂ ਦੇ ਮੁਤਾਬਕ ਆਪਣੇ ਤਨ ਨੂੰ ਚਲਾ। ਫਿਰ ਸਮਝਿਓ ਗੱਲ। ਮਨ ਅਰਪਣ ਕਰਨ ਦਾ ਕਈ ਬੰਦੇ ਕਹਿਣਗੇ ਵੀ ਮਨੋਂ ਤਾਂ ਆਪਾਂ ਬੜੇ ਚੰਗੇ ਜੀ, ਮਨੋਂ। ਹੁਣ ਉਹ ਜਿਹੜਾ ਮਨੋਂ ਤੂੰ ਚੰਗਾ ਹੈ ਉਹ ਤੈਨੂੰ ਪ੍ਰੈਕਟੀਕਲ ਵੀ ਤੇ ਹੋਣਾ ਚਾਹੀਦਾ ਨਾ। ਜਿਹੜੀ ਗੱਲ ਮਨੋਂ ਚੰਗੀ ਹੈ ਉਹ ਤਨ 'ਚ ਦਿਸਣੀ ਚਾਹੀਦੀ ਹੈ। ਤੇ ਜਿਹੜਾ ਬੰਦਾ ਮਨ ਤਨ ਕਰਕੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੁੰਦਾ ਆ, ਜਿਹਦਾ ਮਨ ਗੁਰੂ ਸਾਹਿਬ ਜੀ ਨੂੰ ਸਮਰਪਿਤ, ਉਹਦਾ ਤਨ ਵੀ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਏਗਾ। ਉਹਦੇ 'ਚ ਬੜੀਆਂ ਗੱਲਾਂ, ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਨਾ ਬਾਣੀ ਦੇ ਵਿੱਚ ਵੀ ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਮੈਂ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਗੁਰੂ ਦੇ ਬੋਲਾਂ ਤੇ ਪੂਰਾ ਨਹੀਂ ਉਤਰਦਾ। ਕੋਈ ਬਚਨਾਂ ਦੀ ਗੱਲ ਕਰਦਾ, ਕੋਈ ਕਹਿੰਦਾ ਮੈਂ ਮਨੋਂ ਠੀਕ ਆ, ਕੋਈ ਕਹਿੰਦਾ ਆਪਾਂ ਗੁਰਦੁਆਰੇ ਤਾਂ ਇੰਨਾ ਜਾਈਦਾ ਹੀ ਹੈ, ਕੋਈ ਕਹਿੰਦਾ ਮੈਂ ਤਾਂ ਹਰ ਸਾਲ ਆਪਣਾ ਰੂਟੀਨ ਹੀ ਹੈ ਵੀ ਜੋ ਮਰਜ਼ੀ ਹੋ ਜਾਏ ਆਪਾਂ ਤਾਂ ਫਲਾਣੇ ਥਾਂ ਤੇ ਜਾ ਕੇ ਜੋ ਮਰਜ਼ੀ ਹਨੇਰੀ ਆਵੇ, ਝੱਖੜ ਆਵੇ, ਆਪਾਂ ਨਹੀਂ ਕਦੀ ਨਾਗਾ ਪਾਇਆ। ਉਹ ਠੀਕ ਆ, ਇਹ ਗੱਲ ਚੰਗੀ ਹੈ ਵੀ ਤੁਸੀਂ ਕਿਸੇ ਧਾਰਮਿਕ ਥਾਂ ਤੇ ਜਾਂਦੇ ਹੋ, ਪਰ ਨਾਗਾ ਪਾਉਣ ਦਾ ਅਰਥ ਹੈ ਵੀ ਜ਼ਿੰਦਗੀ ਦੇ ਵਿੱਚੋਂ ਔਗਣਾਂ ਨੂੰ ਕੱਢਣਾ ਤੇ ਜ਼ਿੰਦਗੀ ਦੇ ਅੰਦਰ ਗੁਣਾਂ ਨੂੰ ਵਸਾਉਣਾ ਅਸਲ 'ਚ ਜ਼ਰੂਰੀ ਗੱਲ ਆ। ਤਨ ਮਨ ਅਰਪੋ ਪੂਜ ਚਰਾਓ ਗੁਰ ਪ੍ਰਸਾਦ। ਗੁਰੂ ਦੀ ਬਖਸ਼ਿਸ਼ ਨਾਲ ਨਿਰੰਜਨ ਪਾਓ ਜਿਹੜਾ ਤੇਰੇ ਅੰਦਰ ਹੀ ਹੈ। ਕਿਤੇ ਬਾਹਰ ਜਾਣ ਦੀ, ਲੱਭਣ ਦੀ ਲੋੜ ਨਹੀਂ ਹੈ। ਬਾਹਰ ਵਸਤ ਨਾ ਭਾਲ। ਗੁਰੂ ਸਾਹਿਬ ਜੀ ਨੇ ਬਾਣੀ 'ਚ ਬੜਿਆਂ ਥਾਵਾਂ ਤੇ ਜ਼ਿਕਰ ਕੀਤਾ ਵੀ ਬਾਹਰ ਉਹਨੂੰ ਲੱਭਣ ਨਾ ਜਾਈ। ਜਦੋਂ ਤੁਸੀਂ ਹੁਕਮਨਾਮਿਆਂ ਦਾ ਪਾਠ ਕਦੀ ਸ਼ਰਵਣ ਕਰਦੇ ਹੋ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਕਿੱਡਾ ਪਿਆਰਾ ਹੁਕਮ ਉਹ ਸਾਡੇ ਸਾਹਮਣੇ ਆਉਂਦਾ ਆ। ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਲਿਪਾ ਤੋਹੀ ਸੰਗ ਸਮਾਈ। ਤੇਰੇ ਨਾਲ ਰਹਿੰਦਾ ਆ। ਤੇ ਫਿਰ ਕਈ ਵਾਰ ਜਿਵੇਂ ਬੰਦੇ ਨੂੰ ਸਮਝ ਨਹੀਂ ਲੱਗਦੀ ਤੇ ਐਗਜ਼ਾਮਪਲ ਦੇ ਕੇ ਸਮਝਾਉਂਦੇ, ਕਹਿੰਦੇ ਪੋਹ ਮਦ ਜੋ ਬਾਸ ਬਸਤ ਹੈ ਮੁਕਰ ਮਹਿ ਜੈਸੇ ਛਾਈ। ਜਿਵੇਂ ਸ਼ੀਸ਼ੇ ਵਿੱਚ ਤੇਰਾ ਪਰਛਾਵਾਂ ਆ, ਫੁੱਲ ਵਿੱਚ ਸੁਗੰਧੀ ਹੈ, ਇੱਦਾਂ ਹੀ ਰੱਬ ਤੇਰੇ ਅੰਦਰ ਹੈ। ਸਿਰਫ ਉਹਨੂੰ ਫੀਲ ਕਰਨ ਦਾ ਵਿਸ਼ਾ ਹੈ, ਉਹਨੂੰ ਸਮਝਣ ਦੀ ਲੋੜ ਆ। ਗੁਰਪ੍ਰਸਾਦ ਨਿਰੰਜਨ ਪਾਓ। ਗੁਰੂ ਦੀ ਕਿਰਪਾ ਨਾਲ ਸਾਨੂੰ ਆਪਣੇ ਅੰਦਰੋਂ ਪਰਮਾਤਮਾ ਦੇ ਦੀਦਾਰ ਹੋਣਗੇ, ਭਾਵ ਕਿ ਰੱਬ ਜੀ ਵਾਲੇ ਗੁਣ ਸਾਡੀ ਜ਼ਿੰਦਗੀ ਵਿੱਚ ਆਉਣਗੇ। ਤੇ ਅਸੀਂ ਜਿਹੜੀ ਗੱਲ ਜਪਜੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੇਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਦੇ ਬੜੇ ਸਾਧਨ ਹੈ। ਕੋਈ ਕਹਿੰਦਾ ਮੈਂ ਚੁੱਪ ਰਹਿ ਕੇ ਕਰਦਾ, ਕੋਈ ਕਹਿੰਦਾ ਮੈਂ ਇੰਨੇ ਦਿਨ ਰੋਟੀ ਨਹੀਂ ਖਾਧੀ, ਕੋਈ ਕਹਿੰਦਾ ਮੈਂ ਨੰਗੇ ਪੈਰੀਂ ਤੁਰ ਕੇ ਭਗਤੀ ਕਰਦਾ। ਗੁਰੂ ਸਾਹਿਬ ਕਹਿੰਦੇ ਜੋ ਮਰਜ਼ੀ ਕਰ ਲਓ, ਪਰ ਜੇ ਗੁਰੂ ਵਾਲੇ ਗੁਣ ਤੁਹਾਡੀ ਜ਼ਿੰਦਗੀ 'ਚ ਨਹੀਂ ਆਏ ਤਾਂ ਤੁਹਾਡੀ ਕੋਈ ਭਗਤੀ ਪ੍ਰਵਾਨ ਨਹੀਂ ਹੈ। ਇਹ ਸਿਰਫ ਇੱਕ ਫੋਕਟ ਕਰਮ ਹੋ ਸਕਦਾ ਆ, ਸਿਰਫ ਤੇ ਸਿਰਫ ਵਿਖਾਵਾ ਹੋ ਸਕਦਾ, ਇਹਦੇ ਤੋਂ ਵੱਧ ਕੁਝ ਨਹੀਂ। ਤੇ ਅਖੀਰ ਤੇ ਫਿਰ ਰਵਿਦਾਸ ਜੀ ਕਹਿੰਦੇ ਪੂਜਾ ਅਰਚਾ ਆਹ ਨਾ ਤੋਰੀ। ਜਿਹੜੇ ਤਰੀਕੇ ਦੀ ਪੂਜਾ ਮੈਨੂੰ ਇਹ ਲੋਕ ਦੱਸਦੇ ਆ ਮੈਨੂੰ ਨਹੀਂ ਆਉਂਦੀ, ਇਹ ਮੈਂ ਨਹੀਂ ਕਰਨੀ ਇਹ। ਤੇ ਜੇ ਆਪਾਂ ਗੁਰੂ ਰਵਿਦਾਸ ਜੀ ਦੀ ਬਾਣੀ, ਭਗਤ ਰਵਿਦਾਸ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪਿਆਰ ਕਰਦੇ ਆ ਤਾਂ ਆਪਾਂ ਵੀ ਰਵਿਦਾਸ ਜੀ ਦੇ ਨਾਲ ਖੜ ਕੇ ਇਹ ਗੱਲ ਕਹੀਏ ਨਾ ਵੀ ਸਾਨੂੰ ਵੀ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਵੀ ਅਸੀਂ ਵੀ ਇਹਨਾਂ ਚੀਜ਼ਾਂ ਤੇ ਭਰੋਸਾ ਨਹੀਂ ਰੱਖਦੇ। ਕਹਿ ਰਵਿਦਾਸ ਕਵਨ ਗਤ ਮੋਰੀ, ਜੋ ਹੋਏਗੀ ਫਿਰ ਵੇਖੀ ਜਾਏ। ਇਹ ਠੀਕ ਹੈ, ਇਹੀ ਕਹਿੰਦੇ ਨਾ ਜੇ ਆਹ ਨਹੀਂ ਕਰੇਗਾ ਫੁੱਲ ਨਹੀਂ ਚੜਾਏਗਾ, ਆਹ ਨਹੀਂ ਕਰੋਗੇ ਰੱਬ ਕਰੋਪ ਹੋ ਜਾਏਗਾ। ਹੁੰਦਾ ਆ ਤੇ ਹੋਣ ਦਿਓ। ਜੇ ਤੇ ਰੱਬ ਨੇ ਫੁੱਲ ਨਾ ਚੜਾਉਣ ਕਰਕੇ ਮੇਰੇ ਤੇ ਕਰੋਪੀ ਕਰ ਲੈਣੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਫੁੱਲ ਚੜਾ ਕੇ ਰੱਬ ਖੁਸ਼ ਹੋ ਜਾਊਗਾ। ਇਸ ਤਰ੍ਹਾਂ ਦੀ ਪੂਜਾ ਮੈਨੂੰ ਨਹੀਂ ਆਉਂਦੀ। ਜੋ ਹੋਏਗਾ ਉਹ ਮੈਂ ਵੇਖਣ ਲਈ ਤਿਆਰ ਆ। ਇਹ ਹਿੰਮਤ, ਇਹ ਜਜ਼ਬਾ, ਇਸ ਤਰ੍ਹਾਂ ਦੀ ਸਪਿਰਿਟ ਸਾਡੇ ਅੰਦਰ ਵੀ ਹੋਵੇ ਵੀ ਮੈਂ ਇਹ ਕਰਮ ਕਾਂਡ ਵਾਲੀ ਪੂਜਾ ਨਹੀਂ ਕਰਨੀ, ਮੈਂ ਇਹ ਵਿਖਾਵੇ ਵਾਲੀ ਪੂਜਾ ਨਹੀਂ ਕਰਨੀ, ਭਗਤੀ ਨਹੀਂ ਕਰਨੀ। ਮੈਂ ਆਪਣਾ ਤਨ ਮਨ ਗੁਰੂ ਸਾਹਿਬ ਜੀ ਨੂੰ ਸਮਰਪਣ ਕਰਨਾ ਆ। ਜੇ ਦੁਨੀਆ ਕਹਿੰਦੀ ਹੈ ਵੀ ਇਹਦੇ ਇਹ ਨਹੀਂ ਕਰੇਗਾ ਤਾਂ ਇਹਦੇ ਨਾਲ ਰੱਬ ਐਂ ਕਰੂਗਾ, ਜੋ ਕਰਦਾ ਹੈ ਫਿਰ ਕਰਨ ਵਾਸਤੇ ਅਸੀਂ ਉਹਨੂੰ ਚੱਲਣ ਵਾਸਤੇ ਤਿਆਰ ਆ। ਜਿੱਦਾਂ ਮੈਂ ਆਪਣੇ ਰੱਬ ਨੂੰ ਜਾਣਦਾ ਸ਼ਾਇਦ ਇਹਨਾਂ ਦੂਜਾ ਕੋਈ ਨਹੀਂ ਜਾਣਦਾ ਹੋਣਾ। ਤਾਂ ਹੀ ਰਵਿਦਾਸ ਜੀ ਨੇ ਡੰਕੇ ਦੀ ਚੋਟ ਤੇ ਉਸ ਵੇਲੇ ਬੜੇ ਮਾਣ ਨਾਲ ਕਿਹਾ ਨਾ ਵੀ ਆਪਨ ਬਾਪੇ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ। ਰੱਬ ਤੇਰੇ ਪਿਓ ਦਾ ਥੋੜ੍ਹੀ ਹੈ ਵੀ ਜਿਵੇਂ ਤੂੰ ਦੱਸੇਂਗਾ ਉਵੇਂ ਮੈਂ ਕਰੂੰਗਾ। ਮੇਰੀ ਵੀ ਸਮਝ ਕੰਮ ਕਰਦੀ ਹੈ, ਮੇਰਾ ਵੀ ਦਿਮਾਗ ਕੰਮ ਕਰਦਾ ਆ। ਜਿਹੜੀਆਂ ਚੀਜ਼ਾਂ ਤੂੰ ਰੱਬ ਦੇ ਨਾਂ 'ਤੇ ਜੋੜੀਆਂ ਹੋਈਆਂ ਵਾ ਇਹ ਮੈਨੂੰ ਫੱਬਦੀਆਂ ਨਹੀਂ। ਸੋ ਆਓ ਕੋਸ਼ਿਸ਼ ਕਰੀਏ ਇਹਨਾਂ ਸ਼ਬਦਾਂ ਨੂੰ ਧਿਆਨ ਨਾਲ ਸਮਝੀਏ। ਗੁਜਰੀ ਰਾਗ ਅੰਦਰ ਇਹ ਪਾਵਨ ਸ਼ਬਦ ਦਰਜ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਕ 525। ਆਪ ਵੀ ਜਾ ਕੇ ਉਸ ਸ਼ਬਦ ਦਾ ਪਾਠ ਕਰੋ, ਉਸ ਸ਼ਬਦ ਨੂੰ ਸਮਝੋ ਔਰ ਉਹਦੇ ਵਿੱਚ ਦਿੱਤੇ ਹੋਏ ਖਿਆਲਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਸ਼ਾਇਦ ਅਸੀਂ ਗੁਰੂ ਨਾਨਕ ਦਾ ਸੁਨੇਹਾ ਆਪਣੇ ਤੱਕ ਤੇ ਹੋਰਨਾਂ ਤੱਕ ਖੜਨ ਵਿੱਚ ਕਾਮਯਾਬ ਹੋਵਾਂਗੇ। ਸਭ ਦਾ ਧੰਨਵਾਦ। ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।